ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਅੱਜ ਜੈ ਅਤੇ ਪੁਨਰਥਾਨ ਦੇ ਦਿਨ ਵਿੱਚ ਪਰਮੇਸ਼ਰ ਦੇ ਧੰਨਵਾਦ ਦੇ ਲਈ ਇਕੱਠੇ ਹੁੰਦੇ ਹਾਂ ਅਤੇ ਉਸ ਦੇ ਨਿਮਿਤ ਪਰਮੇਸ਼ਰ ਦੇ ਅੱਗੇ ਜੋ ਅਸੀਂ ਧੰਨਵਾਦ ਦੀ ਭੇਂਟ ਵਚਨ ਦੇ ਨਾਲ ਚੜਾਉਂਦੇ ਹਾਂ, ਉਸ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਵੇਖਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਉਸ ਵਚਨ ਨੂੰ ਵੇਖੀਏ। ਆਓ ਅਸੀਂ ਆਪਣੇ ਮਨਾਂ ਨੂੰ ਅਤੇ ਦਿਲਾਂ ਨੂੰ ਉਸ ਵਚਨ ਦੇ ਨਾਲ ਪਰਮੇਸ਼ਰ ਦੇ ਅੱਗੇ ਪ੍ਰਸਤੁਤ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਈਏ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਨਿਤ ਪ੍ਰਤੀ ਦਿਨ ਸਾਡੇ ਜੀਵਨ ਦੇ ਵਿੱਚ ਉਪਕਾਰ ਕਰਕੇ ਆਪਣੀ ਮਹਿਮਾ ਲੈਣ ਵਾਲਾ ਪ੍ਰੇਮੀ ਪਰਮੇਸ਼ਰ ਹੈ। ਤੇਰਾ ਜਿੰਨਾ ਧੰਨਵਾਦ ਕੀਤਾ ਜਾਵੇ ਉਨਾ ਥੋੜਾ ਹੈ, ਕਿਉਂਕਿ ਤੇਰੇ ਉਪਕਾਰ ਇੰਨੇ ਹੈ। ਇਸੇ ਕਰਕੇ ਤਾਂ ਤੇਰੇ ਵਚਨ ਦੇ ਵਿੱਚ ਦਾਊਦ ਬਾਦਸ਼ਾਹ ਕਹਿੰਦਾ ਹੈ, ਹੇ ਮੇਰੀ ਜਾਨ ਯਹੋਵਾ ਦਾ ਧੰਨ ਆਖ ਅਤੇ ਯਹੋਵਾ ਦੀ ਵਡਿਆਈ ਆਖ ਕਰ, ਕਿਉਂਕਿ ਇਹੋ ਮੇਰੀ ਜਾਨ ਦੇ ਲਈ ਭਲਾ ਹੈ ਅਤੇ ਸਾਰੀਆਂ ਕੌਮਾਂ ਉਸ ਦੇ ਅੱਗੇ ਉਸ ਨੂੰ ਧੰਨ ਧੰਨ ਆਖਣਗੀਆਂ। ਪਰਮੇਸ਼ਰ, ਤੇਰੇ ਇਸ ਵਚਨ ਦੇ ਨਾਲ ਅਸੀਂ ਵੀ ਤੇਰੇ ਕੀਤੇ ਹੋਏ ਉਪਕਾਰਾਂ ਦਾ ਤੈਨੂੰ ਧੰਨਵਾਦ ਦੇ ਸਕੀਏ। ਤੇਰੇ ਵਚਨ ਦੇ ਰਾਹੀਂ ਜਦੋਂ ਅਸੀਂ ਤੇਰੇ ਵਚਨ ਦੇ ਰਾਹੀਂ ਆਪ ਨੂੰ ਧੰਨਵਾਦ ਦਿੰਦੇ ਹਾਂ, ਇਹ ਆਪ ਨੂੰ ਪ੍ਰਵਾਨ ਹੋ ਸਕੇ ਔਰ ਆਪ ਦੀ ਮਹਿਮਾ ਸਾਡੇ ਜੀਵਨ ਦੇ ਵਿੱਚ ਆਪ ਦੇ ਅੱਗੇ ਪਰਮੇਸ਼ਰ ਪਿਤਾ ਕਬੂਲ ਹੋ ਸਕੇ। ਇਹ ਸਭੋ ਕੁਛ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅਸੀਂ ਅੱਜ ਜੋ ਵਚਨ ਧੰਨਵਾਦ ਦੇ ਲਈ ਮੈਂ ਲਿਆ ਹੈ, ਇਸ ਵਿੱਚ ਮੇਰਾ ਜੋ ਸਬਜੈਕਟ ਹੈ, ਵਿਸ਼ਾ ਹੈ, ਪਰਮੇਸ਼ਰ ਦਾ ਕਾਰਜ ਸਾਰੀ ਮਨੁੱਖ ਜਾਤੀ ਦੇ ਲਈ ਉਪਾਅ ਦੇ ਨਾਲ। ਪਰਮੇਸ਼ਰ ਦਾ ਕਾਰਜ ਸਾਰੀ ਮਨੁੱਖ ਜਾਤੀ ਦੇ ਲਈ ਉਪਾਅ ਦੇ ਨਾਲ। ਇਸ ਨੂੰ ਮੈਂ ਉਤਪਤੀ ਪੁਸਤਕ 22 ਅਧਿਆਏ ਉਸ ਦੇ 1 ਤੋਂ ਲੈ ਕੇ 8 ਆਇਤਾਂ ਤੱਕ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ, ਇਹਨਾਂ ਗੱਲਾਂ ਦੇ ਪਿੱਛੋਂ ਐਂ ਹੋਇਆ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਮ। ਅੱਗੋਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਤਾਂ ਉਸਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ, ਜਿਸ ਨੂੰ ਤੂੰ ਪਿਆਰ ਕਰਦਾ ਹੈ, ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੇ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ, ਜਿਹੜਾ ਮੈਂ ਤੈਨੂੰ ਦੱਸਾਂਗਾ, ਉਸ ਨੂੰ ਹੋਮ ਵਾਲੀ ਕਰਕੇ ਚੜਾ। ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਾਲਣਾ ਕੱਸਿਆ ਔਰ ਆਪਣੇ 2 ਜਵਾਨ ਔਰ ਆਪਣੇ ਪੁੱਤਰ ਇਸਹਾਕ ਨੂੰ ਨਾਲ ਲੈ ਲਿਆ ਔਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਔਰ ਊਂਟ ਉੱਠ ਕੇ ਉਸੇ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਰ ਨੇ ਉਸ ਨੂੰ ਦੱਸੀ ਸੀ। ਤਾਂ ਤੀਜੇ ਕੁ ਦਿਨ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿੱਠਾ। ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ, ਮੈਂ ਔਰ ਇਹ ਮੁੰਡਾ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਝੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਔਰ ਛੁਰਾ ਫੜ ਲਈ ਔਰ ਦੋਵੇਂ ਇਕੱਠੇ ਤੁਰ ਗਏ। ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ, ਪਿਤਾ ਜੀ। ਉਸ ਆਖਿਆ, ਪੁੱਤਰ ਕੀ ਗੱਲ ਹੈ? ਉਸਨੇ ਆਖਿਆ, ਵੇਖ, ਅਗਨੀ ਤਾਂ ਲੱਕੜੀਆਂ ਹਨ, ਪਰ ਹੋਮ ਦੀ ਬਲੀ ਲਈ ਲੇਲਾ ਕਿੱਥੇ? ਅਬਰਾਹਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ਰ ਹੋਮ ਬਲੀ ਲਈ ਲੇਲਾ ਆਪ ਹੀ ਦਊਗਾ। ਤਾਂ ਉਹ ਦੋਵੇਂ ਇਕੱਠੇ ਤੁਰ ਗਏ। ਪੂਰੀ ਮਨੁੱਖ ਜਾਤੀ ਦੇ ਲਈ ਪਰਮੇਸ਼ਰ ਦਾ ਇੰਤਜ਼ਾਮ ਇਸ ਖੰਡ ਦੇ ਵਿੱਚ ਅਸੀਂ ਪੜ੍ਹਦੇ ਹਾਂ। ਇਹ ਖੰਡ ਬੜਾ ਜਾਣਿਆ ਪਛਾਣਿਆ ਅਤੇ ਬਹੁਤ ਹੀ ਵਾਰ ਇਸ ਦੇ ਉੱਤੇ ਵਿਚਾਰ ਕੀਤਾ ਗਿਆ ਹੈ। ਇਹ ਮੈਂ ਆਰਾਧਨਾ ਦਾ ਇੱਕ ਬਹੁਤ ਵੱਡਾ ਖੰਡ ਸਮਝਦਾ ਹਾਂ, ਜੋ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਲਈ ਇਸ ਜਗ੍ਹਾ ਦੇ ਉੱਤੇ ਦਿੱਤਾ ਹੋਇਆ। ਅਬਰਾਹਮ, ਜਿਸ ਨੂੰ ਪਰਮੇਸ਼ਰ ਨੇ ਕਿਹਾ ਸੀ
कि मैं तेरे तुखम दे विचों तेरे कोलों एक वंश पैदा करूँगा। वंश पैदा करन दी गल परमेश्वर ने अब्राहम दे नाल कीती है। असी जदों 18 अध्याय दे विच जांदे आ तां सानूं उत्थों परमेश्वर दी प्रतिज्ञा अब्राहम ते हुंदी होई सानूं नज़र आउंदी है। पर जदों पुत्तर उसनूं मिल गया है, उस पुत्तर नूं परमेश्वर ने भेंट देण दे लई किया है और अब्राहम ने भी कुछ नहीं देखिया, उन्होंने लैके तुर गया। इसे करके अब्राहम विश्वास तो धर्मी ठहराया गया अते विश्वासियों का पिता सदाया गया। इत्थों सानू पता लगता है परमेश्वर ने सिर्फ अब्राहम नूं इकलौता पुत्र देण दे लई किया। इत्थे आराधना का सब तो असली भेंट, आराधना की सब तो सच्ची भेंट जिस तो परमेश्वर प्रसन्न होंदा है, उहदा जिक्र किया गया है। असी परमेश्वर नूं की देण जा रहे हैं, सानू कई बार बोध नहीं हुंदा। असी कई बार मतलब कि बेही भेंट परमेश्वर को लैके जाते हैं। कई बार असी परमेश्वर नूं बची खुची भेंट दिंदे हैं जो परमेश्वर दे अगे ग्रहण योग नहीं। जिवें असी हाबिल ते कैन दे बारे भी वेखदे हैं। हाबिल पहलोठियां दा इज्जड़ दे विचों परमेश्वर नूं भेंट लैके गया और अब्राहम फसल दे विचों बचिया होया भाग उत्थे लैके गया। सानू इस जगह दे उत्ते पता लगदा है परमेश्वर को भेंट किहड़ी लैके जानी। परमेश्वर को भेंट वो लैके जानी है जिहड़ी परमेश्वर नूं प्यारी है। परमेश्वर को भेंट वो लैके जानी है जिहड़ी परमेश्वर नूं पवित्र लगती है। परमेश्वर को भेंट वो लैके जानी है जिस नाल असीं सब तो ज़्यादा प्यार करते हैं। परमेश्वर को भेंट वो लैके जानी है जिहड़ी परमेश्वर नूं सच दे नाल फबदी है। इत्थे अब्राहम कुछ अजिहा ही कर रहा। अब्राहम की इकलौती संतान सी और उस इकलौती संतान नूं परमेश्वर ने मंग लिया है भेंट दे लई। और अब्राहम ने भी कोई आनाकानी नहीं की। अब्राहम ने भी चक्या ते वो लैके तुर गया। और इसलिए मैं इत्थे समझदा हाँ कि जदों उसनूं परमेश्वर ने कहा कि तू इसनूं मौरिया पर्वत को लैके आ, और परमेश्वर ने अब्राहम नूं हुक्म दिता कि वह अपने पुत्र इसहाक दा बलिदान करे। अब्राहम दी हालात दो तरीके नाल विखाउंदी है जिन्हां दे द्वारा परमेश्वर अपने पिछे चलण वालियां नाल व्यवहार करता है। अपने पिछे चलण वालियां दे नाल व्यवहार करता है। ये अक्सर सानू अपने जीवन दे विच नजर आउंदा है। परमेश्वर दे वचन च लिखिया परमेश्वर किस चीज तो प्रसन्न है? ओबीडियंस, आग्याकारिता च। ते असी आग्याकारिता किस चीज नूं समझदे हां? सुंदर वास्ता या अपने परिवार के किसी सदस्य नूं? मैं बहुत बारी देखिया है कि कई बंदियां ने इस तरह किया है, भाजी सानू मेरे परिवार दे विच मेरी पत्नी नूं या मेरे बेटे नूं या किसी नूं तुहाडी आराधना पसंद नहीं आती। वाई? क्यों नहीं पसंद आती? क्योंकि इत्थे गीत नहीं गाया जा रहा, क्योंकि इत्थे प्रार्थना करते, इत्थे वचन पढ़ते हैं अते उस दे नाल परमेश्वर की भेंट दिंदे हैं। इत्थे अब्राहम की कर रहा? मैं कहना जदों परमेश्वर दे कोल धन्नवाद दे लई परमेश्वर दे अगे होम की भेंट चढ़ाउण जा रहा, बलि चढ़ाउण जा रहा, ताकि वह गीत गा रहा। जो परमेश्वर ने क्या वो कर रहा। अवीनियंस, आज्ञाकारिता, परमेश्वर को वो लेके गया जो परमेश्वर नूं प्रसन्न है। परमेश्वर नूं वो देण जा रहा जिस तो परमेश्वर खुश होंदा है। परमेश्वर को पवित्र भेंट लेके जा रहा है, एक जवान भेंट लेके जा रहा जिसका जिक्र असी निर्गमन की पुस्तक उसका 12 अध्याय दे विच साफ रीति नाल पढ़ते हैं।
ਇੱਕ ਜਵਾਨ ਲੇਲਾ ਜਿਸ ਵਿੱਚ ਵੱਜ ਅਤੇ ਚੋਰੀ ਨਾ ਹੋਵੇ, ਉਹਨੂੰ ਲੈ ਕੇ ਜਾ ਰਿਹਾ, ਆਪਣੇ ਸਭ ਤੋਂ ਪਿਆਰੇ ਇਕਲੌਤੇ ਪੁੱਤਰ ਨੂੰ ਲੈ ਕੇ ਜਾ ਰਿਹਾ। ਤੁਸੀਂ ਇਸ ਤਰ੍ਹਾਂ ਦੀ ਕੋਈ ਭੇਂਟ ਲੈ ਕੇ ਜਾਂਦੇ ਹੋ? ਪਹਿਲਾਂ ਤਾਂ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਅਸੀਂ ਭੇਂਟ ਚੜਾਉਣੀ ਕੀ ਹੈ। ਪਰਮੇਸ਼ਰ ਵਸਤਾਂ ਦਾ ਭੁੱਖਾ ਨਹੀਂ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਾਰੀ ਧਰਤੀ, ਆਕਾਸ਼, ਖਲਕਤ ਸਭ ਕੁਝ ਉਹਦਾ ਹੈ, ਤੁਸੀਂ ਉਹਨੂੰ ਕੀ ਦਿਓਗੇ? ਔਰ ਜਦੋਂ ਅਸੀਂ ਪਹਿਲਾ ਪਤਰਸ 1 ਅਧਿਆਏ ਉਸ ਦਾ 18-19 ਆਇਤ ਪੜ੍ਹਦੇ ਹਾਂ, ਮੈਂ ਆਪ ਦੇ ਲਈ ਪੜ੍ਹ ਰਿਹਾ, ਪਹਿਲਾ ਪਤਰਸ 1 ਅਧਿਆਏ ਉਸ ਦੀ 18 ਅਤੇ 19 ਆਇਤ। ਇੱਥੇ ਲਿਖਿਆ ਹੋਇਆ ਹੈ, ਕਹਿੰਦਾ ਹੈ, ਕਿਉਂ ਜੋ ਤੁਸੀਂ ਜਾਣਦੇ ਹੋ ਭਾਈ, ਤੁਸੀਂ ਜੋ ਆਪਣੀ ਅਕਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ, ਸਗੋਂ ਨਾਸ਼ਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ। ਪਰਮੇਸ਼ਰ ਇਹਨਾਂ ਚੀਜ਼ਾਂ ਦੇ ਨਾਲ ਖੁਸ਼ ਨਹੀਂ। ਸੋਨੇ, ਚਾਂਦੀ, ਵਸਤਰ ਜੋ ਮਰਜ਼ੀ ਚੜਾ ਦਿਓ, ਭੌਤਿਕ ਵਸਤਾਂ ਦੇ ਦਿਓ, ਇਸ ਤੋਂ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਹੈ। ਪਰਮੇਸ਼ਰ ਕਿਸ ਚੀਜ਼ ਤੋਂ ਪ੍ਰਸੰਨ ਹੈ? ਜੋ ਪਰਮੇਸ਼ਰ ਨੇ ਤੁਹਾਨੂੰ ਚੜਾਉਣ ਦੇ ਲਈ ਕਿਹਾ ਹੈ, ਜੋ ਤੁਹਾਨੂੰ ਦੇਣ ਦੇ ਲਈ ਕਿਹਾ ਹੈ, ਉਹ ਚੀਜ਼ ਅਸੀਂ ਪਰਮੇਸ਼ਰ ਨੂੰ ਦੇਣੀ ਹੈ। ਇੱਥੇ ਅਬਰਾਹਮ ਨੂੰ ਕੀ ਕਿਹਾ ਗਿਆ? ਆਪਣਾ ਇਕਲੌਤਾ ਪੁੱਤਰ ਮੋਰੀਆ ਪਰਬਤ ਦੇ ਕੋਲ ਜਾ ਕੇ ਚੜਾਉਣਾ। ਉਹ ਇਹ ਵੇਖਣ ਦੇ ਲਈ ਪ੍ਰੀਖਿਆ ਕਰੇਗਾ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਨੇ ਸਭ ਤੋਂ ਗਹਿਰੇ ਪ੍ਰੇਮ ਤੇ ਕਬਜ਼ਾ ਤੇ ਨਹੀਂ ਕਰ ਲਿਆ ਹੈ। ਇਹਦਾ ਮਤਲਬ ਜੋ ਪਰਮੇਸ਼ਰ ਪ੍ਰੇਮ ਦੇ ਨਾਲ ਤੁਹਾਡੇ ਕੋਲ ਚਾਹ ਰਿਹਾ ਹੈ, ਕਿਤੇ ਤੁਸੀਂ ਉਸ ਪ੍ਰੇਮ ਦੀ ਜਗ੍ਹਾ ਤੇ ਕਿਤੇ ਦੂਸਰਾ ਪ੍ਰੇਮ ਤਾਂ ਨਹੀਂ ਪ੍ਰਗਟ ਕਰ ਰਹੇ ਹੋ। ਪਰਮੇਸ਼ਰ ਕਹਿੰਦਾ ਮੈਂ ਉਸ ਪ੍ਰੇਮ ਤੋਂ ਖੁਸ਼ ਨਹੀਂ। ਉਹ ਭੇਂਟ ਮੈਨੂੰ ਪ੍ਰਵਾਨ ਨਹੀਂ, ਯੋਗ ਨਹੀਂ। ਦੂਸਰਾ, ਉਹ ਪ੍ਰੀਖਿਆ ਕਰੇਗਾ ਕਿ ਸਾਡੀ ਆਮ ਨੇਮ ਦੇ ਪਰਮੇਸ਼ਰ ਵਿੱਚ ਹੈ ਜਾਂ ਨਹੀਂ। ਜੋ ਅਸੀਂ ਭੇਂਟ ਦੇ ਰਹੇ ਹਾਂ, ਕਿ ਉਹ ਉਸ ਨੇਮ ਦੇ ਨਾਲ ਹੈ ਜਿਹੜੀ ਵਾਚਾ ਮੇਰੇ ਅਤੇ ਪਰਮੇਸ਼ਰ ਦੇ ਵਿੱਚ ਬੰਨੀ ਗਈ ਹੈ, ਉਸ ਦੇ ਅਨੁਸਾਰ ਹੈ ਜਾਂ ਨਹੀਂ। ਦੋ ਚੀਜ਼ਾਂ ਦੇਖੇਗਾ। ਸਰਵਪ੍ਰਥਮ ਪ੍ਰੇਮ, ਸੈਕੰਡਲੀ ਕਿ ਜੋ ਤੁਸੀਂ ਦੇਣ ਜਾ ਰਹੇ ਆ ਉਹ ਤੁਸੀਂ ਪਹਿਲਾ ਪ੍ਰੇਮ ਦੇ ਰਹੇ ਆ, ਦੂਸਰਾ ਪ੍ਰੇਮ ਦੇ ਰਹੇ। 5 ਦੇ ਵਿੱਚ ਅਬਰਾਹਮ ਨੇ ਇੱਕ ਚੀਜ਼ ਦਿੱਤੀ ਹੈ। ਉਹ ਕੀ ਦੇ ਰਿਹਾ? ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਕੋਲ ਬੈਠੇ ਰਹੋ, ਮੈਂ ਔਰ ਇਹ ਮੁੰਡਾ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਆਰਾਧਨਾ ਕਰਨ ਦੇ ਲਈ ਆਪਣੇ ਪੁੱਤਰ ਨਾਲ ਜਾ ਰਿਹਾ। ਆਰਾਧਨਾ ਕਰਨ ਦੇ ਲਈ ਆਪਣੇ ਪੁੱਤਰ ਨੇ। ਅਸੀਂ ਜਦੋਂ ਆਰਾਧਨਾ ਕਰਨ ਜਾਂਦੇ ਹਾਂ, ਸਾਡਾ ਕੋਈ ਗੈਸਟ ਆ ਜਾਏ, ਸਾਡਾ ਕੋਈ ਮਿੱਤਰ ਆ ਜਾਏ, ਜਾਂ ਸਾਡਾ ਕੋਈ ਕੰਮ ਆ ਜਾਏ, ਅਸੀਂ ਉਸ ਨੂੰ ਛੱਡ ਕੇ, ਉਸ ਪ੍ਰੇਮੇਸ਼ਰ ਦੀ ਆਰਾਧਨਾ ਨੂੰ ਛੱਡ ਕੇ ਉਹਨਾਂ ਦੇ ਮਗਰ ਤੁਰ ਜਾਂਦੇ। ਅਬਰਾਹਮ ਇੱਥੇ ਕੀ ਕਰ ਰਿਹਾ? ਆਪਣੇ ਨੌਕਰਾਂ ਨੂੰ ਉੱਥੇ ਛੱਡ ਕੇ ਜੋ ਪਰਮੇਸ਼ਰ ਨੂੰ ਪ੍ਰਸੰਨ ਸੀ, ਜੋ ਪਰਮੇਸ਼ਰ ਚਾਹੁੰਦਾ ਸੀ, ਉਸ ਨੂੰ ਲੈ ਕੇ ਉਸ ਪਰਬਤ ਵੱਲ ਜਾ ਰਿਹਾ ਜਿੱਥੇ ਪਰਮੇਸ਼ਰ ਦੀ ਆਰਾਧਨਾ। ਇਹਦਾ ਮਤਲਬ ਪਰਬਤ ਕੀ ਹੈ? ਕਲੀਸਿਆ। ਕਲੀਸਿਆ ਦਾ ਥਾਂ ਜਿੱਥੇ ਆਰਾਧਨਾ ਚੜਾਈ ਜਾਂਦੀ, ਜਿੱਥੇ ਪਰਮੇਸ਼ਰ ਸਵੀਕਾਰ ਹੁੰਦਾ, ਜਿੱਥੇ ਪਰਮੇਸ਼ਰ ਦੇ ਪਵਿੱਤਰ ਜਨ ਇਕੱਠੇ ਹੁੰਦੇ। ਅਬਰਾਹਮ ਤੇ ਅਬਰਾਹਮ ਦਾ ਪੁੱਤਰ ਜਾ। ਕਈ ਵਾਰ ਆਰਾਧਨਾ ਦੇ ਵਿੱਚ ਮੰਮੀ ਡੈਡੀ ਚੋਂ ਇੱਕ ਜਾਂਦਾ ਹੈ ਤੇ ਇੱਕ ਨਹੀਂ ਜਾਂਦਾ। ਕਈ ਵਾਰ ਅਸੀਂ ਨਿਆਣਿਆਂ ਨੂੰ ਘਰ ਛੱਡ ਦਿੰਦੇ ਹਾਂ ਤੇ ਅਸੀਂ ਆਪ ਪਹੁੰਚ ਜਾਂਦੇ। ਅਬਰਾਹਮ ਜਿਸ ਚੀਜ਼ ਨੂੰ ਪਰਮੇਸ਼ਰ ਨੇ ਚਾਹਿਆ ਉਹਨੂੰ ਲੈ ਕੇ ਗਿਆ। ਕੀ ਅਸੀਂ ਉਹ ਦੇ ਰਹੇ ਹਾਂ ਜੋ ਪਰਮੇਸ਼ਰ ਸਾਡੇ ਕੋਲ ਚਾਹ ਰਿਹਾ? ਪਹਿਲਾਂ ਤਾਂ ਸਾਨੂੰ ਇਹੀ ਨਹੀਂ ਪਤਾ ਪਰਮੇਸ਼ਰ ਸਾਡੇ ਕੋਲ ਚਾਹ ਕੀ ਰਿਹਾ, ਕਿਹੜੀ ਭੇਂਟ ਚਾਹ ਰਿਹਾ ਹੈ, ਕਿੱਦਾਂ ਦੀ ਭੇਂਟ ਚਾਹ ਰਿਹਾ, ਕਿਸ ਭੇਂਟ ਤੋਂ ਖੁਸ਼ ਹੁੰਦਾ ਹੈ, ਸਾਨੂੰ ਇਹੀ ਨਹੀਂ ਪਤਾ ਹੈ। ਕਈ ਚਰਚਾਂ ਦੇ ਵਿੱਚ ਭੇਂਟ ਚੜਾਉਣ ਦਾ ਪਤਾ ਹੀ ਨਹੀਂ। ਉਹ ਕੀ ਕਰਦੇ ਆ? ਗਾਣਾ ਗਾਉਂਦੇ ਆ ਉੱਚੀ ਉੱਚੀ ਟੱਪ ਕੇ, ਆਓ ਅਸੀਂ ਧੰਨਵਾਦ 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 ਧੰਨਵਾਦ। ਵਾਈ ਰੀਜ਼ਨ? ਕੀ ਹੈ ਕਾਰਨ? ਕਿਹੜੀ ਇਹ ਭਗਤੀ ਤੁਸੀਂ ਕਰਨ ਜਾ ਰਹੇ ਹੋ? ਵਾਟ ਇਜ਼ ਦ ਵਰਸ਼ਿਪ? ਕੀ ਹੈ ਆਰਾਧਨਾ? ਸਾਨੂੰ ਇਹ ਨਹੀਂ ਪਤਾ। ਅਸੀਂ ਬਸ ਉਹੀ ਲੱਗੇ ਹੋ ਕਰ। ਨਹੀਂ ਮੇਰੇ ਭਾਈ ਅਤੇ ਭੈਣ,
ਇਹ ਆਰਾਧਨਾ ਨਹੀਂ। ਅਬਰਾਹਮ ਨੇ ਆਰਾਧਨਾ ਕੀ ਦਿੱਤੀ ਹੈ? 8 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਬਰਾਹਮ ਨੇ ਆਖਿਆ, हे ਮੇਰੇ ਪੁੱਤਰ, ਪਰਮੇਸ਼ਰ ਹੋਮ ਦੀ ਬਲੀ ਲਈ ਲੇਲਾ ਆਪ ਦਊਗਾ ਤਾਂ ਉਹ ਦੋਵੇਂ ਇਕੱਠੇ ਤਰੋ। ਲੇਲਾ ਆਪ ਦਊਗਾ। ਇਹ ਚੀਜ਼ ਪ੍ਰਭੂ ਯਿਸੂ ਮਸੀਹ ਦੇ ਬਾਰੇ ਸੰਬੋਧਨ ਕਰਦੀ ਹੈ। ਪਰਮੇਸ਼ਰ ਨੇ ਮੇਰੇ ਅਤੇ ਮੇਰੇ ਬੇਟੇ ਦੇ ਲਈ स्वयं ਲੇਲੇ ਦਾ ਇੰਤਜ਼ਾਮ ਕੀਤਾ, ਜਿਸ ਤੋਂ ਪ੍ਰਸੰਨ ਹੋਇਆ ਕਿ ਮੇਰੇ ਕੋਲ ਅਤੇ ਆਪ ਦੇ ਕੋਲੋਂ ਲੀਲਾ ਹੈ, ਜਿਸ ਤੋਂ ਪਰਮੇਸ਼ਰ ਖੁਸ਼ ਹੁੰਦਾ। ਅਸੀਂ ਪਰਮੇਸ਼ਰ ਨੂੰ ਚੜਾਉਂਦੇ ਹਾਂ, ਅਰਪਿਤ ਕਰਦੇ ਹਾਂ। ਜ਼ਬੂਰ 103 ਦੇ ਵਿੱਚ ਲਿਖਿਆ, ਹੇ ਮੇਰੀ ਜਾਨ, ਪਰਮੇਸ਼ਰ ਦੇ ਉਪਕਾਰਾਂ ਨੂੰ ਨਾ ਵਿਸਾਰ, ਉਸ ਦਾ ਧੰਨਵਾਦ ਕਰ, ਉਸ ਦੀ ਮਹਿਮਾ ਕਰ, ਉਸ ਦੀ ਵਡਿਆਈ ਕਰ, ਉਸ ਦੇ ਉਪਕਾਰਾਂ ਨੂੰ ਨਾ ਵਿਸਾਰ। ਪਰਮੇਸ਼ਰ ਦਾ ਉਪਕਾਰ ਕੀ ਹੈ ਇੱਥੇ ਅਬਰਾਹਮ ਅਤੇ ਉਸ ਦੇ ਬੇਟੇ ਦੇ ਲਈ? ਉਸਨੇ ਲੇਲੇ ਦਾ ਇੰਤਜ਼ਾਮ ਕੀਤਾ ਹੈ। ਯਹੋਨਾ 3:16 ਦੇ ਵਿੱਚ ਕਹਿੰਦਾ ਹੈ, ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ। ਇੱਥੇ ਪਰਮੇਸ਼ਰ ਨੇ ਅਬਰਾਹਮ ਅਤੇ ਉਸ ਦੇ ਬੇਟੇ ਨਾਲ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਜੋ ਕੋਈ ਉਸ ਉੱਤੇ ਨਿਚਾ ਕਰੇ ਉਹ ਨਾਸ਼ ਨਾ ਹੋਵੇ, ਬਲਕਿ ਸਦੀਪਕ ਜੀਵਨ ਪਾਵੇ। ਮੇਰੇ ਪਿਆਰੇ ਅਜ਼ੀਜ਼, ਇੱਥੇ ਪਰਮੇਸ਼ਰ ਨੇ ਅਬਰਾਹਮ ਲਈ ਇੰਤਜ਼ਾਮ ਕੀਤਾ, ਔਰ ਅਬਰਾਹਮ ਨੇ ਉਸ ਕੀਤੇ ਹੋਏ ਇੰਤਜ਼ਾਮ ਦਾ ਪਰਮੇਸ਼ਰ ਦੇ ਅੱਗੇ ਧੰਨਵਾਦ ਕੀਤਾ ਕਿ ਮੇਰੇ ਕੋਲ ਉਹ ਹੈ ਲੇਲਾ, ਜਿਹੜਾ ਮੇਰੇ ਜੀਵਨ ਦੇ ਪਾਪਾਂ ਦੇ ਬਚਾਓ ਦੇ ਲਈ ਪਰਮੇਸ਼ਰ ਨੇ ਮੈਨੂੰ ਦਿੱਤਾ, ਕਿ ਮੈਂ ਸਪਤਾਹ ਦੇ ਪਹਿਲੇ ਦਿਨ ਪਰਮੇਸ਼ਰ ਨੂੰ ਉਹ ਪ੍ਰੇਮ ਦਾ, ਉਹ ਸੱਚਾਈ ਦਾ, ਉਹ ਧਾਰਮਿਕਤਾ ਦਾ, ਉਹ ਮੇਲ ਦਾ ਜੋ ਪਰਮੇਸ਼ਰ ਨੇ ਮੇਰੇ ਜੀਵਨ ਦੇ ਲਈ ਕਾਰਜ ਕੀਤਾ ਆਪਣੇ ਇਕਲੌਤੇ ਪੁੱਤਰ ਦੇ ਰਾਹੀਂ, ਕਿ ਮੈਂ ਉਸ ਦੇ ਰਾਹੀਂ ਪਰਮੇਸ਼ਰ ਦਾ ਧੰਨਵਾਦ ਦੇ ਰਿਹਾ, ਕਿਉਂਕਿ ਪਰਮੇਸ਼ਰ ਆਪਣੇ ਪੁੱਤਰ ਦੇ ਬਲੀਦਾਨ ਤੋਂ ਖੁਸ਼ ਹੋਇਆ। ਜੇ ਮੈਂ ਉਹ ਅਰਪਿਤ ਕਰਦਾ ਹਾਂ ਪਰਮੇਸ਼ਰ ਦੇ ਉਪਕਾਰ ਦੇ ਨਿਮਿਤ, ਤਾਂ ਪਰਮੇਸ਼ਰ ਆਨੰਦਿਤ ਹੁੰਦਾ ਹੈ, ਪਰਮੇਸ਼ਰ ਆਨੰਦਿਤ ਹੁੰਦਾ ਹੈ। ਇਸ ਦੇ ਨਾਲ ਮੈਂ ਇੱਕ ਹੋਰ ਵਚਨ ਪੜ੍ਹਦਾ, ਰੋਮੀਆਂ ਦੀ ਪੁਸਤਕ 3 ਅਧਿਆਏ ਉਸ ਦੀ 24 ਆਇਤ ਅਤੇ 25 ਆਇਤ। 3 ਦਾ 24 ਅਤੇ 25 ਆਇਤ। ਇੱਥੇ ਲਿਖਿਆ ਹੈ, ਕਹਿੰਦਾ, ਸੋ ਉਹਦੀ ਕਿਰਪਾ ਦੇ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਤੋਂ ਹੁੰਦਾ ਹੈ, ਉਹ ਮੁਕਤ ਧਰਮੀ ਗਿਣੇ ਜਾਂਦੇ ਹਨ, ਜਿਹਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਨੀਚਾ ਕਰਨ ਨਾਲ ਪ੍ਰਾਸ਼ਚਿਤ ਠਹਿਰਾਇਆ, ਤਾਂ ਜੋ ਪਰਮੇਸ਼ਰ ਆਪਣੇ ਧਰਮ ਨੂੰ ਪ੍ਰਗਟ ਕਰੇ। ਇਸ ਲਈ ਜੋ ਉਹਨੇ ਆਪਣੀ ਖਿਮਾ ਨਾਲ ਪਿਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ਇਹਦਾ ਮਤਲਬ ਪਰਮੇਸ਼ਰ ਨੇ ਮੈਨੂੰ ਧਰਮੀ ਠਹਿਰਾਉਣ ਦੇ ਲਈ ਆਪਣੇ ਪੁੱਤਰ ਨੂੰ ਕਾਲਵਰੀ ਕਰੂਸ ਦੇ ਉੱਤੇ ਜਾਣ ਦਿੱਤਾ, ਉਹਨੇ ਅੱਖੀਆਂ ਫੇਰ ਲਈਆਂ, ਤਾਂ ਕਿ ਉਸ ਬਲੀਦਾਨ ਦੇ ਰਾਹੀਂ ਮੇਰਾ ਮੇਲ ਪਰਮੇਸ਼ਰ ਦੇ ਨਾਲ ਹੋ ਜਾਏ, ਤਾਂ ਕਿ ਉਸ ਬਲੀਦਾਨ ਦੇ ਰਾਹੀਂ ਮੈਂ ਪਰਮੇਸ਼ਰ ਦਾ ਪੁੱਤਰ ਬਣ ਕੇ ਉਹਦੀ ਸੱਚੀ ਆਰਾਧਨਾ ਕਰ ਸਕਾਂ, ਤਾਂ ਕਿ ਪਰਮੇਸ਼ਰ ਦੇ ਉਸ ਪਵਿੱਤਰ ਪ੍ਰੇਮ ਦੇ ਵਿੱਚ ਹੋ ਕੇ ਮੈਂ ਉਸ ਦੇ ਆਗਿਆਕਾਰੀ ਪੁੱਤਰ ਬਣ ਕੇ ਉਸ ਦੇ ਰਾਜ ਵਿੱਚ ਪ੍ਰਵੇਸ਼ ਕਰਾਂ। ਦੇਖੋ ਕਿੰਨਾ ਵੱਡਾ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਵਿੱਚ ਅਹਿਸਾਨ ਕੀਤਾ ਹੈ। ਜਿਸ ਪਰਮੇਸ਼ਰ ਨੇ ਮੇਰੇ ਲਈ ਇੰਨਾ ਵੱਡਾ ਅਹਿਸਾਨ ਕੀਤਾ ਹੈ, ਮੇਰੇ ਲਈ ਲੇਲੇ ਦਾ ਇੰਤਜ਼ਾਮ ਕੀਤਾ ਹੈ, ਕਿ ਉਹ ਪਰਮੇਸ਼ਰ ਧੰਨਵਾਦ ਅਤੇ ਉਸਤਤ ਅਤੇ ਵਡਿਆਈ ਦੇ ਯੋਗ ਨਹੀਂ। ਹਾਂ, ਸੱਚਮੁੱਚ ਉਹ ਪਰਮੇਸ਼ਰ ਧੰਨਵਾਦ ਵਡਿਆਈ ਦੇ ਯੋਗ ਹੈ। ਇਸ ਲਈ ਇਸ ਵਚਨ ਦੇ ਰਾਹੀਂ ਆਓ ਅਸੀਂ ਵੀ ਉਸ ਦੀ ਜਿਉਂਦੀ ਆਰਾਧਨਾ ਉਪਾਸਨਾ ਕਰਕੇ ਉਸ ਨੂੰ ਧੰਨਵਾਦ ਦਈਏ, ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ, ਔਰ ਇਸ ਵਚਨ ਦੇ ਰਾਹੀਂ ਉਸ ਨੂੰ ਧੰਨਵਾਦ ਪ੍ਰਸਤੁਤ ਕਰਨ ਦੇ ਲਈ ਪ੍ਰਭੂ ਆਪ ਦੀ ਸਹਾਇਤਾ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥ।